ट्रांसफॉर्मेशन ਦੇ ਵਿੱਚ ਸਾਡਾ ਨੈਕਸਟ ਟਰਾਂਸਫॉर्मेशन ਹੈ ਸਕੇਲਿੰਗ। ਸਕੇਲਿੰਗ ਮਤਲਬ ਹੁੰਦਾ ਜਦੋਂ ਅਸੀਂ ਕਿਸੇ ਚੀਜ਼ ਦੇ ਸਾਈਜ਼ ਨੂੰ ਚੇਂਜ ਕਰਦੇ ਹਾਂ। ਸਾਈਜ਼ ਅਸੀਂ ਵਧਾ ਰਹੇ ਹਾਂ, ਘਟਾ ਰਹੇ ਹਾਂ। ਸਪੋਜ਼ ਕਰੋ ਇਹ ਸੀ, ਅਸੀਂ ਉਸਦਾ ਸਾਈਜ਼ ਇਹ ਕਰਤਾ, ਠੀਕ ਹੈ। ਇਸ ਚੀਜ਼ ਨੂੰ ਅਸੀਂ ਬੋਲ ਦਿਆਂਗੇ ਸਕੇਲਿੰਗ। ਤਾਂ ਸਕੇਲਿੰਗ ਦੀ ਜਿਹੜੀ ਆਲਟਰੇਸ਼ਨ ਹੈ ਉਹਨੂੰ ਸਕੇਲਿੰਗ ਫੈਕਟਰ ਦੇ ਨਾਲ ਡਿਫਾਈਨ ਕਰਦੇ ਹਾਂ। ਕਿਸੇ ਚੀਜ਼ ਨੂੰ ਵੱਡੀ ਬਣਾਉਣਾ ਜਾਂ ਛੋਟੀ ਬਣਾਉਣਾ ਆਲਟਰੇਸ਼ਨਸ ਤੋਂ ਬਾਅਦ ਉਹਦੇ ਸਕੇਲਿੰਗ ਫੈਕਟਰ ਤੋਂ ਪਤਾ ਲੱਗਦਾ। ਤਾਂ ਇਸ ਚੀਜ਼ ਨੂੰ ਅਸੀਂ ਮੈਗਨੀਫਿਕੇਸ਼ਨ ਜਾਂ ਜ਼ੂਮਿੰਗ, ਜਾਂ ਜੇਕਰ ਅਸੀਂ ਡਿਕਰੀਜ਼ ਕਰ ਰਹੇ, ਇੰਕਰੀਜ਼ ਕੀਤਾ ਸੀ ਸਾਈਜ਼ ਨੂੰ ਤਾਂ ਅਸੀਂ ਉਹਨੂੰ ਜ਼ੂਮਿੰਗ ਬੋਲਿਆ। ਜੇ ਡਿਕਰੀਜ਼ ਕਰ ਰਹੇ ਸਾਈਜ਼ ਨੂੰ ਅਸੀਂ ਉਹਨੂੰ ਰਿਡਕਸ਼ਨ ਬੋਲਿਆ। ਯਾਨੀ ਕਿ ਸਾਈਜ਼ ਇੰਨੇ ਤੋਂ ਇੰਨਾ ਵੀ ਹੋ ਸਕਦਾ ਜਾਂ ਇੰਨੇ ਤੋਂ ਇੰਨਾ ਵੀ ਹੋ ਸਕਦਾ। ਅਸੀਂ ਰਿਡਿਊਸ ਜਾਂ ਡਿਕਰੀਜ਼ ਦੋਨੇ ਕਰ ਸਕਦੇ, ਸੌਰੀ ਇੰਕਰੀਜ਼ ਜਾਂ ਡਿਕਰੀਜ਼ ਦੋਨੇ ਕਰ ਸਕਦੇ ਹਾਂ। ਤਾਂ ਉਸ ਚੀਜ਼ ਨੂੰ ਸਕੇਲਿੰਗ ਬੋਲਦੇ ਹੈਗੇ। ਜੇਕਰ ਅਸੀਂ ਹੌਰੀਜ਼ੋਨਟਲ ਡਾਇਰੈਕਸ਼ਨ ਦੇ ਵਿੱਚ ਕਰ ਰਹੇ ਹਾਂ ਤਾਂ ਸਕੇਲਿੰਗ ਫੈਕਟਰ ਅਸੀਂ ਐਕਸ ਬੋਲਿਆ। ਜੇਕਰ ਅਸੀਂ ਵਰਟੀਕਲ ਡਾਇਰੈਕਸ਼ਨ ਦੇ ਵਿੱਚ ਕਰ ਰਹੇ ਤਾਂ ਸਕੇਲਿੰਗ ਫੈਕਟਰ ਵਾਈ ਬੋਲਿਆ। ਕਲੀਅਰ ਹੈ। ਅਤੇ ਜੇਕਰ ਸਾਡਾ ਜਿਹੜਾ ਪੁਆਇੰਟਸ ਸਪੋਜ਼ ਕਰੋ ਸਕੇਲਿੰਗ ਦਾ ਕੋਈ ਸਾਡਾ ਪੁਆਇੰਟ ਸੀ ਐਕਸ ਵਾਈ, ਨਵਾਂ ਪੁਆਇੰਟ ਐਕਸ ਡੈਸ਼ ਵਾਈ ਡੈਸ਼ ਕੈਲਕੂਲੇਟ ਕਰਨ ਦੇ ਲਈ ਅਸੀਂ ਮਲਟੀਪਲਾਈ ਕਰਦੇ ਹਾਂ ਸਕੇਲਿੰਗ ਫੈਕਟਰਸ ਨੂੰ। ਉਸ ਅਕੋਰਡਿੰਗ ਜਿਹੜੀ ਸਾਡੀ ਰਿਪਰਜੈਂਟੇਸ਼ਨ ਅਸੀਂ ਕਿਸ ਤਰੀਕੇ ਨਾਲ ਕਰਾਂਗੇ ਕਿ ਜੇਕਰ ਸਾਡੇ ਪਹਿਲਾਂ ਵਾਲੇ ਪੁਆਇੰਟ ਐਕਸ ਵਾਈ ਸੀ ਉਹਦੇ ਵਿੱਚ ਸਕੇਲਿੰਗ ਫੈਕਟਰ ਐਕਸ ਦਾ ਅਤੇ ਵਾਈ ਦਾ ਮਲਟੀਪਲਾਈ ਕਰਕੇ ਸਾਡੇ ਕੋਲ ਐਕਸ ਡੈਸ਼ ਵਾਈ ਡੈਸ਼ ਯਾਨੀ ਕਿ ਨਵੇਂ ਪੁਆਇੰਟ ਆ ਗਏ। ਐਸੇ ਹੀ ਚੀਜ਼ ਨੂੰ ਅਸੀਂ ਮੈਟ੍ਰਿਕਸ ਦੀ ਰਿਪਰਜੈਂਟੇਸ਼ਨ ਦੇ ਵਿੱਚ ਵੀ ਕਰ ਸਕਦੇ ਹਾਂ ਇਸ ਤਰੀਕੇ ਦੇ ਨਾਲ। ਕਲੀਅਰ ਹੈ। ਜਾਂ ਜਨਰਲ ਫਾਰਮ ਦੇ ਵਿੱਚ ਅਸੀਂ ਇਸ ਨੂੰ ਇਸ ਤਰੀਕੇ ਨਾਲ ਰਿਪਰਜੈਂਟ ਕਰ ਸਕਦੇ ਹਾਂ ਕਿ ਜੇ ਪੁਰਾਣਾ ਪੁਆਇੰਟ ਪੀ ਸੀ ਉਹਨੂੰ ਮਲਟੀਪਲਾਈ ਕਰੋ ਐਸ ਨਾਲ, ਸਾਡੇ ਕੋਲ ਨਵਾਂ ਆ ਗਿਆ ਪੀ ਡੈਸ਼, ਨਵਾਂ ਪੁਆਇੰਟ ਆ ਜਾਊਗਾ। ਤੁਸੀਂ ਕਿਸੇ ਵੀ ਤਰੀਕੇ ਨਾਲ ਜਨਰਲ ਫਾਰਮ ਦੇ ਵਿੱਚ ਰਿਪਰਜੈਂਟ ਕਰਕੇ ਦਿਖਾ ਦਿਓ, ਇੱਦਾਂ ਕਰਕੇ ਦਿਖਾ ਦਿਓ, ਮੈਟ੍ਰਿਕਸ ਫਾਰਮ ਦੇ ਵਿੱਚ ਰਿਪਰਜੈਂਟ ਕਰ ਦਿਓ, ਜੋ ਤੁਹਾਨੂੰ ਈਜ਼ੀ ਲੱਗਦਾ ਉਸ ਤਰੀਕੇ ਨਾਲ ਕਰ ਸਕਦੇ ਹੋਗੇ। ਤਾਂ ਹੁਣ ਜਿਹੜੀ ਅਸੀਂ ਗੱਲ ਕੀਤੀ ਕਿ ਅਸੀਂ ਕੁਛ ਨਾ ਕੁਛ ਚੇਂਜਿਸ ਕਰ ਰਹੇ ਹਾਂ, ਮੈਗਨੀਫਾਈ ਕਰ ਰਹੇ ਹਾਂ ਜਾਂ ਅਸੀਂ ਉਹਨੂੰ ਇੰਕਰੀਜ਼ ਡਿਕਰੀਜ਼ ਕਰ ਰਹੇ ਹਾਂ, ਠੀਕ ਹੈ। ਹੁਣ ਇੱਕ ਦੇਖੋ ਕਾਮਨ ਜੀ ਗੱਲ ਹੈ, ਜੇ ਤਾਂ ਅਸੀਂ ਸਿਰਫ ਐਕਸ ਅਤੇ ਵਾਈ ਇੱਕੋ ਜਿਹਾ ਵਧਾਈਏ, ਮਤਲਬ ਕਿ ਸਪੋਜ਼ ਕਰੋ ਮੇਰੀ ਕੋਈ ਇੱਦਾਂ ਦੀ ਪਿਕਚਰ ਸੀ, ਮੈਂ ਦੋ ਨਾਲ ਹੀ ਕੀਤਾ, ਐਕਸ ਸਾਈਡ ਤੋਂ ਵੀ 2 ਵਧਾਏ ਆ, ਵਾਈ ਸਾਈਡ ਤੋਂ ਵੀ 2 ਵਧਾਏ ਆ, ਕੁਛ ਇੱਦਾਂ ਵੱਧ ਗਏ, ਮਲਟੀਪਲਾਈ ਕਰਾਂਗੇ, ਵਧਾਏ ਮਤਲਬ ਪਲੱਸ ਨਹੀਂ, ਠੀਕ ਹੈ। ਬਟ ਇੱਕੋ ਜਿਹਾ ਸਕੇਲਿੰਗ ਫੈਕਟਰ ਐਕਸ ਦਾ ਵੀ ਉਨਾ ਹੀ ਸੀ, ਵਾਈ ਦਾ ਵੀ ਉਨਾ ਸੀ, ਠੀਕ ਹੈ। ਤਾਂ ਹੋਊਗਾ ਕਿ ਉਸ ਚੀਜ਼ ਤੁਹਾਡੀ ਯੂਨੀਫਾਰਮ ਸਕੇਲਿੰਗ ਬੋਲਾਂਗੇ ਅਸੀਂ। ਅਤੇ ਉਹਦਾ ਇੱਕ ਫਾਇਦਾ ਕਿ ਉਹਦੇ ਨਾਲ ਜਿਹੜੀ ਸ਼ੇਪ ਆ ਗਈ ਚੀਜ਼ ਦੀ, ਤੁਹਾਡੀ ਸ਼ੇਪ ਨਹੀਂ ਖਰਾਬ ਹੋਊਗੀ, ਤੁਹਾਡੀ ਸ਼ੇਪ ਜਿਹੜੀ ਹੈਗੀ ਆ ਉਹ ਉਹੀਓ ਵਾਲੀ ਸ਼ੇਪ ਰਹੂਗੀ। ਬਟ ਜੇਕਰ ਤੁਸੀਂ ਅਲੱਗ ਅਲੱਗ ਕਰ ਰਹੇ ਹੋ, ਅਲੱਗ ਅਲੱਗ ਮੀਨਿੰਗ ਐਕਸ ਅਤੇ ਵਾਈ ਦਾ ਜੋ ਤੁਹਾਡਾ ਸਕੇਲਿੰਗ ਫੈਕਟਰ ਹੈ ਉਹ ਇੱਕੋ ਜਿਹਾ ਨਹੀਂ ਹੈਗਾ, ਤਾਂ ਅਸੀਂ ਉਹਨੂੰ ਡਿਫਰੈਂਸ਼ੀਅਲ ਸਕੇਲਿੰਗ ਫੈਕਟਰ ਬੋਲਾਂਗੇ। ਉਹਦੇ ਨਾਲ ਹੋਊਗਾ ਕਿ ਜਿਹੜੀ ਸ਼ੇਪ ਆ ਉਹ ਵੀ ਕੁਛ ਹੋਰ ਲੱਗਣ ਲੱਗ ਜੂ। ਸਪੋਜ਼ ਕਰੋ ਇਹ ਸੀ, ਠੀਕ ਹੈ, ਸਪੋਜ਼ ਕਰੋ ਆਪਣੀ ਸ਼ੇਪ ਜਿਹੜੀ ਕੁਛ ਇੱਦਾਂ ਦੀ ਸੀਗੀ, ਮੈਂ ਸਿਰਫ ਇਹਨੂੰ ਐਕਸ ਦੇ ਵਿੱਚ ਕੀਤਾ, ਵਾਈ ਦੇ ਵਿੱਚ ਨਹੀਂ ਕੀਤਾ, ਸਪੋਜ਼ ਕਰੋ ਕੁਛ ਇੱਦਾਂ ਦੀ ਬਣ ਜੇ, ਠੀਕ ਹੈ। ਇਸ ਕਰਕੇ ਜਿਹੜੀ ਜੇ ਇੱਕੋ ਜਿਹੇ ਨੇ ਸਕੇਲਿੰਗ ਫੈਕਟਰ ਤਾਂ ਉਹਦੇ ਨਾਲ ਜਿਹੜੀ ਸ਼ੇਪ ਉਹ ਸੇਮ ਰਹੂਗੀ। ਜੇ ਅਲੱਗ ਅਲੱਗ ਨੇ ਸਕੇਲਿੰਗ ਫੈਕਟਰ ਡਿਫਰੈਂਸ਼ੀਅਲ ਹੈ ਤਾਂ ਸ਼ੇਪ 'ਤੇ ਵੀ ਫਰਕ ਪਊਗਾ। ਹੁਣ ਨੈਕਸਟ ਇੱਕ ਚੀਜ਼ ਹੋਰ ਆਉਂਦੀ ਹੈ ਕਿ ਜੇਕਰ ਜੇ ਸਾਡੇ ਜਿਹੜੇ ਸਕੇਲਿੰਗ ਫੈਕਟਰ ਨੇ ਐਕਸ ਵਾਈ ਉਹ ਲੈਸ ਦੈਨ 1 ਨੇ ਤਾਂ ਓਬੀਅਸ ਦੇਖੋ ਜਾਨੀ ਕਿ ਚੀਜ਼ ਨੈਗੇਟਿਵ ਦੇ ਵਿੱਚ ਹੈ, ਨੈਗੇਟਿਵ ਦੇ ਵਿੱਚ ਤਾਂ ਤੁਸੀਂ ਨੇੜੇ ਆਉਂਗੇ ਓਰੀਜਨ ਦੇ। ਜੇ ਗ੍ਰੇਟਰ ਦੈਨ 1 ਹੈ ਤਾਂ ਓਬੀਅਸ ਤੁਸੀਂ ਜਿਹੜੇ ਆ ਕੋਆਰਡੀਨੇਟਸ ਦੇ ਓਰੀਜਨ ਤੋਂ ਦੂਰ ਚਲੇ ਜਾਓਗੇ। ਐਗਜ਼ਾਮਪਲ ਲੈ ਕੇ ਦਿਖਾਈ ਤੁਹਾਨੂੰ, ਇੱਕ ਲਾਈਨ ਹੈ, ਲਾਈਨ ਦੇ ਵਿੱਚ ਕੁਛ ਇੱਕ ਪੁਆਇੰਟ ਹੈ ਏ ਅਤੇ ਬੀ ਲਾਈਨ ਦਾ, ਜਿਨ੍ਹਾਂ ਦੀ ਇਹ ਵਾਲੀ ਵੈਲਿਊ ਆ ਅਤੇ ਸਕੇਲਿੰਗ ਤੁਹਾਨੂੰ ਯੂਨੀਫਾਰਮ ਦਿੱਤੀ ਹੋਈ ਹੈ ਕਿ 0.5 ਦੇ ਨਾਲ ਕਰ ਦਿਓ। 0.5 ਨਾਲ ਕਰਨਾ ਤਾਂ ਓਬੀਅਸ ਅਸੀਂ ਇੱਥੇ ਇਸ ਨੂੰ ਕਰਕੇ ਦੇਖ ਲਾਂਗੇ ਤੁਹਾਡਾ ਮਲਟੀਪਲਾਈ। ਇਹ ਤੁਹਾਡੀ ਓਰੀਜਨਲ ਲਾਈਨ ਹੈ, 0.5 ਨਾਲ ਕੀਤਾ ਤਾਂ ਕੁਛ ਇੱਦਾਂ ਦੀ ਸਾਡੇ ਕੋਲ ਜਿਹੜੀ ਲਾਈਨ ਹੈ ਉਹ ਬਣ ਕੇ ਆ ਜੂਗੀ। ਨੈਕਸਟ ਇੱਕ ਹੋਰ ਐਗਜ਼ਾਮਪਲ ਤੁਹਾਨੂੰ ਦਿੱਤੀ ਹੋਈ ਹੈ, ਇਹ ਵੀ ਤੁਸੀਂ ਦੇਖੋਗੇ ਤਾਂ ਇਸ ਦੇ ਵਿੱਚ ਜਿਹੜਾ ਸਕੇਲਿੰਗ ਤੁਹਾਡੀ ਹੈ ਉਹ ਇੱਕੋ ਜਿਹੀ ਨਹੀਂ ਹੈਗੀ। ਦੇਖੋ ਐਕਸ ਦੀ ਸਕੇਲਿੰਗ 2 ਹੈ, ਵਾਈ ਦੀ 0.5 ਹੈ, ਤਾਂ ਕੁਛ ਇਸ ਸ਼ੇਪ ਤੋਂ ਤੁਹਾਡੇ ਇਸ ਸ਼ੇਪ ਦੇ ਵਿੱਚ ਤੁਸੀਂ ਕਨਵਰਟ ਹੋ ਰਹੇ ਹੋਗੇ। ਇਹ ਸਾਰੇ ਐਗਜ਼ਾਮਪਲਸ ਤੁਸੀਂ ਇੱਕ ਵਾਰ ਚੈੱਕ ਕਰ ਲਓਗੇ ਆਪਣਾ। ਐਗਜ਼ਾਮਪਲਸ ਤੋਂ ਬਾਅਦ ਬੇਟਾ ਨੈਕਸਟ ਤੁਹਾਡੇ ਕੋਲ ਟੌਪਿਕ ਆਉਂਦਾ ਹੈਗਾ ਮੈਟ੍ਰਿਕਸ ਰਿਪਰਜੈਂਟੇਸ਼ਨ ਐਂਡ ਹੋਮੋਜੀਨੀਅਸ ਕੋਆਰਡੀਨੇਟ। ਇਹ ਜਸਟ ਇੱਕ ਸ਼ਾਰਟ ਨੋਟ ਦੇ ਪੁਆਇੰਟ ਆਫ ਵਿਊ ਤੋਂ ਓਕੇ ਆ। ਹੋਮੋਜੀਨੀਅਸ ਕੋਆਰਡੀਨੇਟ ਦੀ ਜਿਹੜੀ ਗੱਲ ਹੈ ਮੇਨ ਸਾਡੀਆਂ ਟਰਾਂਸਫੋਰਮੇਸ਼ਨਸ ਨੇ, ਬਟ ਹੋਮੋਜੀਨੀਅਸ ਵੀ ਇੰਪੋਰਟੈਂਟ ਹੈ ਸ਼ਾਰਟ ਨੋਟ। ਤੁਹਾਨੂੰ ਹੋਮੋਜੀਨੀਅਸ ਕੋਆਰਡੀਨੇਟ ਹੈ ਕਿ ਉਹ ਕਹਿੰਦੇ ਦੇਖੋ ਜਦੋਂ ਵੀ ਅਸੀਂ ਕੋਈ ਕੰਮ ਕਰਦੇ ਹਾਂ ਤਾਂ ਸਪੋਜ਼ ਕਈ ਵਾਰ ਸਾਨੂੰ ਕੀ ਹੁੰਦਾ ਇਕੱਠੀਆਂ ਕਈ ਸਾਰੀਆਂ ਉਹ ਕਰਨ ਦੀ ਲੋੜ ਪੈਂਦੀ ਹੈਗੀ। ਮਤਲਬ ਅਸੀਂ ਟਰਾਂਸਲੇਟ ਵੀ ਕਰਨਾ, ਅਸੀਂ ਰੋਟੇਟ ਵੀ ਕਰਨਾ। ਯਾਨੀ ਕਿ ਮੇਰਾ ਦੇਖੋ ਇਹ ਪੁਆਇੰਟ ਸੀ, ਠੀਕ ਹੈ, ਮੈਂ ਇਹਨੂੰ ਕੁਛ ਇੱਦਾਂ ਲੈ ਗਈ। ਹੁਣ ਜੇ ਆਪਾਂ ਦੇਖੀਏ ਕੋਮਨ ਜੀ ਗੱਲ ਹੈ ਤਾਂ ਬੇਟਾ ਇਹ ਦੇਖੋ ਟਰਾਂਸਲੇਟ ਵੀ ਹੋਇਆ ਕਿਉਂਕਿ ਅਸੀਂ ਇਹਨੂੰ ਦੂਰ ਵੀ ਲੈ ਗਏ ਆਦੇ ਓਰੀਜਨ ਤੋਂ, ਠੀਕ ਹੈ। ਇਹਦੇ ਵਿੱਚ ਸਕੇਲਿੰਗ ਵੀ ਹੋਈ ਹੈ,
ਛੋਟੇ ਤੋਂ ਵੱਡਾ ਵੀ ਬਣ ਗਿਆ, ਪਲੱਸ ਰੋਟੇਸ਼ਨ ਵੀ ਕੀਤੀ ਹੋਈ ਹੈ, ਐਂਗਲ ਵੀ ਚੇਂਜ ਹੋ ਗਿਆ, ਹੈ ਨਾ। ਹੁਣ ਕਿੰਨੇ ਇਕੱਠੇ ਸਾਰਿਆਂ ਲੱਗ ਗਈਆਂ ਨਾ, ਜਦੋਂ ਤੁਹਾਡੀਆਂ ਜਿਹੜੀਆਂ ਜਿਓਮੈਟਰੀਕਲ ਟਰਾਂਸਫੋਰਮੇਸ਼ਨਸ ਨੇ ਇੱਕ ਤੋਂ ਵੱਧ ਲੱਗਦੀਆਂ ਨੇ, ਤਾਂ ਤੁਹਾਨੂੰ ਕੁਛ ਨਾ ਕੁਛ ਇੱਦਾਂ ਦਾ ਤਰੀਕਾ ਚਾਹੀਦਾ ਨਾ ਕਿ ਇੱਦਾਂ ਇਕੱਠਿਆਂ ਨੂੰ ਕਰਨ ਦੇ ਲਈ ਤੁਸੀਂ ਇੱਕ ਵਾਰ 'ਚ ਹੀ ਕਰ ਦਿਓ। ਜੇ ਸਾਰੀਆਂ ਅਸੀਂ ਬਾਰ-ਬਾਰ ਕਰਾਂਗੇ, ਪਹਿਲਾਂ ਟਰਾਂਸਲੇਸ਼ਨ ਕੀਤੀ, ਫਿਰ ਰੋਟੇਸ਼ਨ, ਫਿਰ ਸਕੇਲਿੰਗ, ਉਹ ਟਾਈਮ ਕੰਜ਼ਿਊਮਿੰਗ ਹੈ। ਤਾਂ ਕੰਮ ਨੂੰ ਛੇਤੀ ਕਰਨ ਦੇ ਲਈ ਸਾਨੂੰ ਕੀ ਚਾਹੀਦਾ, ਇਹ ਸਾਰੀਆਂ ਜਿਹੜੀਆਂ ਨੇ ਉਹ ਇੱਕ ਵਾਰ ਦੇ ਵਿੱਚ ਹੋ ਜਾਣ। ਹੁਣ ਇੱਕ ਵਾਰ ਕਰਨ ਦੇ ਵਿੱਚ ਦਿੱਕਤ ਆਊਗੀ ਕਿ ਜਿਹੜੀ ਸਕੇਲਿੰਗ ਹੈ ਅਤੇ ਰੋਟੇਸ਼ਨ ਹੈ ਉਹ ਮਲਟੀਪਲੀਕੇਸ਼ਨ ਦੀ ਫਾਰਮ ਦੇ ਵਿੱਚ ਹੁੰਦੀ ਹੈ, ਬਟ ਜਦੋਂ ਅਸੀਂ ਟਰਾਂਸਲੇਸ਼ਨ ਕੀਤੀ ਸੀ ਅਸੀਂ ਉਹ ਪਲੱਸ ਦੀ ਫਾਰਮ ਦੇ ਵਿੱਚ, ਐਡੀਸ਼ਨ ਦੀ ਫਾਰਮ ਦੇ ਵਿੱਚ ਕੀਤੀ ਸੀ। ਅਤੇ ਇੱਕ ਗੱਲ ਹੋਰ ਹੈ, ਜਿਹੜੀ ਤੁਹਾਡੀ ਹੈਗੀ ਮੈਟ੍ਰਿਕਸ ਨੇ, ਟਰਾਂਸਲੇਸ਼ਨ ਜਿਹੜੀ ਮੈਟ੍ਰਿਕਸ ਹੈ ਉਹ 2x1 ਦੀ ਹੁੰਦੀ ਹੈ, ਅਤੇ ਸਕੇਲਿੰਗ ਦੇ ਮੈਟ੍ਰਿਕਸ 2x2 ਦੀ ਹੁੰਦੀ ਹੈ। ਅਤੇ ਇਹ ਚੀਜ਼ ਵੀ ਮੁਸ਼ਕਿਲ ਹੋ ਗਈ ਕਿ ਹੁਣ ਅਸੀਂ ਕਿਵੇਂ ਕਰੀਏ, ਠੀਕ ਹੈ। ਅਤੇ ਇਹਨਾਂ ਚੀਜ਼ਾਂ ਨੂੰ ਹੀ ਹੱਲ ਕਰਨ ਦੇ ਲਈ, ਇੱਕੋ ਜਿਹਾ ਕੰਮ ਕਰਨ ਦੇ ਲਈ ਅਸੀਂ ਇੱਕ ਹੋਰ ਐਕਸਟਰਾ ਇੱਕ ਕੋਆਰਡੀਨੇਟਰ ਦੀ ਵੈਲਿਊ ਲੈ ਆਂਦੇ। ਇੱਕ ਗੱਲ, ਉਹ ਇੱਕ ਤਰ੍ਹਾਂ ਦਾ ਡੰਮੀ ਵੇਰੀਏਬਲ ਲਿਆਂਦਾ ਜਿਹਨੂੰ ਅਸੀਂ ਹੋਮੋਜੀਨੀਅਸ ਕੋਆਰਡੀਨੇਟ ਬੋਲਦੇ ਹਾਂ, ਕਿ ਉਹਨੂੰ ਲੈ ਕੇ ਆਉਣ ਦਾ ਮੀਨਿੰਗ ਇਹੀ ਹੈ ਕਿ ਅਸੀਂ ਜੇ ਕੰਪੋਜ਼ਿਟ ਟਰਾਂਸਲੇਸ਼ਨਸ ਕਰਦੇ ਹਾਂ ਤਾਂ ਅਸੀਂ ਉਸ ਦੀ ਹੈਲਪ ਨਾਲ ਇਕੱਠੇ ਕਰ ਸਕਦੇ ਹਾਂ। ਤਾਂ ਉਸ ਐਡੀਸ਼ਨਲ ਡੰਮੀ ਵੇਰੀਏਬਲ ਨੂੰ ਹੀ ਅਸੀਂ ਕੋਆਰਡੀਨੇਟ H ਬੋਲਿਆ। ਤਾਂ ਹੁਣ ਅਸੀਂ ਨੋਰਮਲ ਵੈਲਿਊ XY ਕਹਿਣ ਦੀ ਜਗ੍ਹਾ 'ਤੇ ਕਿਸੇ ਪੁਆਇੰਟ ਨੂੰ, ਜਿਵੇਂ ਅਸੀਂ ਆ P ਪੁਆਇੰਟ ਆ, ਅਸੀਂ ਉਹਨੂੰ ਕਿਵੇਂ ਰਿਪਰੈਜ਼ੈਂਟ ਕਰਦੇ ਸੀ, XY ਦੀ ਵੈਲਿਊ ਨਾਲ। ਹੁਣ ਅਸੀਂ 2 ਦੀ ਜਗ੍ਹਾ 'ਤੇ 3 ਨਾਲ ਰਿਪਰੈਜ਼ੈਂਟ ਕਰਾਂਗੇ, X, Y ਅਤੇ H ਨਾਲ, ਠੀਕ ਹੈ। ਤਾਂ ਇਹ ਸੀ ਤੁਹਾਡਾ ਜਿਹੜਾ ਹੋਮੋਜੀਨੀਅਸ ਦੀ ਮੇਨ ਡੈਫੀਨੇਸ਼ਨ। ਜੇਕਰ ਅਸੀਂ ਵਾਪਸ ਤੋਂ XY ਰਿਕਵਰ ਕਰਨਾ ਵੀ ਚਾਹੁੰਦੇ ਹਾਂ, ਅਸੀਂ ਦੇਖੋ ਰਿਪਰੈਜ਼ੈਂਟ ਕਰ ਰਹੇ X into H, Y into H, H ਦੇ ਨਾਲ। ਜੇ ਵਾਪਸ XY ਰਿਪਰੈਜ਼ੈਂਟ ਲੈ ਕੇ ਆਉਣਾ ਵੀ ਚਾਹੁੰਦੇ ਹੋ ਤਾਂ ਡਿਵਾਈਡ ਬਾਈ H ਕਰ ਦਿਓ, ਤੁਹਾਡੇ ਕੋਲ XY ਪੁਰਾਣੇ ਆ ਜਾਣਗੇ। ਤਾਂ ਕਰਕੇ H ਅਸੀਂ ਲੈ ਕੇ ਆਏ ਹਾਂ ਕਿ ਨਵਾਂ ਵੇਰੀਏਬਲ, ਜਿਹਦਾ ਵੈਸੇ ਕੋਈ ਫਰਕ ਨਹੀਂ ਪੈਂਦਾ, ਬਟ ਕੰਪੋਜ਼ਿਟ ਟਰਾਂਸਫੋਰਮੇਸ਼ਨ ਲਈ ਤੁਹਾਨੂੰ ਹੈਲਪ ਕਰਦਾ ਗਾ। ਫਿਰ ਨੈਕਸਟ ਜੇਕਰ ਅਸੀਂ ਗੱਲ ਕਰੀਏ, ਜਿਹੜੀ ਹੋਮੋਜੀਨਸ H ਦੀ ਵੈਲਿਊ ਆ ਉਹ ਅਸੀਂ ਕਿੰਨੀ ਰੱਖਣੀ ਆ, ਉਹ ਕੋਈ ਵੀ ਨੋਨ ਜ਼ੀਰੋ ਵੈਲਿਊ ਰੱਖੀ ਜਾਂਦੀ ਹੈ, ਨੰਬਰ ਕੋਈ ਵੀ ਲੈ ਸਕਦੇ ਹੋ, ਬਟ ਸਿੰਪਲੀਸਿਟੀ ਦੇ ਲਈ ਇਹਨਾਂ ਨੇ ਕੀ ਕੀਤਾ ਕਿ ਜਿਹੜੀ ਉਹ ਵੈਲਿਊ ਹੈ ਉਹ ਅਸੀਂ 1 ਹੀ ਲਵਾਂਗੇ। ਵੇਟ, ਓਕੇ। ਉਹ ਜਿਹੜੀ ਵੈਲਿਊ ਤੁਹਾਡੀ H ਦੀ ਉਹ 1 ਹੀ ਲਈ ਜਾਊਗੀ ਸਭ ਦੇ ਵਿੱਚ, ਸਿੰਪਲੀਸਿਟੀ ਦੇ ਲਈ। ਤਾਂ ਹੁਣ ਜੇ ਟਰਾਂਸਲੇਸ਼ਨ ਦੀ ਗੱਲ ਕਰਦਾ, 2D ਦਾ ਕੋਈ ਵੀ ਪੁਆਇੰਟ ਹੈ XY, ਉਹਨੂੰ ਅਸੀਂ ਰਿਪਰੈਜ਼ੈਂਟ XY, 1 ਨਾਲ ਕਰਾਂਗੇ। ਹੁਣ 1 ਕਿਉਂ, ਸਾਡਾ ਹੋਮੋਜੀਨੀਅਸ ਕੋਆਰਡੀਨੇਟ ਦੀ ਵੈਲਿਊ ਹੈਗੀ ਆ। ਇਹਦੇ ਨਾਲ ਹੋਇਆ ਕਿ ਅਸੀਂ ਮੈਟ੍ਰਿਕਸ ਨੂੰ ਜਿਹੜੀ ਹੈਗੀ ਆ ਈਜ਼ੀਲੀ ਜਿਹੜੀ ਰਿਪਰੈਜ਼ੈਂਟ ਕਰ ਸਕਦੇ ਹਾਂ 3x3 ਦੀ ਫਾਰਮ ਦੇ ਵਿੱਚ। ਸਾਡੇ ਕੋਲ 3 ਬਣ ਗਿਆ ਨਾ, ਤਾਂ ਅਸੀਂ 3x3 ਦੀ ਫਾਰਮ ਦੇ ਵਿੱਚ ਮੈਟ੍ਰਿਕਸ ਨੂੰ ਰਿਪਰੈਜ਼ੈਂਟ ਕਰਦੇ ਹੈਗੇ। ਹੁਣ ਜੋ ਅਸੀਂ ਪਹਿਲਾਂ ਟਰਾਂਸਲੇਸ਼ਨ ਕੀਤੀ ਸੀ, ਜੇਕਰ ਤੁਹਾਡੇ ਯਾਦ ਹੋਵੇ, ਠੀਕ ਹੈ, ਉਦੋਂ ਆਪਾਂ ਇੰਨੇ ਕੁ ਹੀ ਟਰਾਂਸਲੇਸ਼ਨ ਕਰਦੇ ਸੀਗੇ, 1 0 1 0, ਇੱਧਰੋਂ ਆਪਾਂ ਦਿਖਾ ਦਿੰਦੇ ਸੀਗੇ, ਵੇਟ, ਓਕੇ। ਤਾਂ ਜਿਹੜੀ ਆਪਾਂ ਪੁਆਇੰਟ ਸੀ ਤੁਹਾਡਾ ਪਹਿਲਾਂ, ਅਸੀਂ ਉਹਨੂੰ ਇੱਦਾਂ ਰਿਪਰੈਜ਼ੈਂਟ ਕਰ ਦਿੰਦੇ ਸੀਗੇ, ਹੈ ਨਾ। ਤਾਂ ਹੁਣ ਆਪਾਂ ਜਿਹੜਾ ਮੈਟ੍ਰਿਕਸ ਲੈਂਦੇ 3x3 ਦੀ, ਤਾਂ XY ਪਹਿਲਾਂ ਦੋਨਾਂ ਦੀ ਰਿਪਰੈਜ਼ੈਂਟੇਸ਼ਨ ਹੁੰਦੀ ਸੀ ਸਾਡੇ X' Y', ਹੈ ਨਾ। ਹੁਣ ਅਸੀਂ X' Y' ਨੂੰ ਇਕੱਲੇ ਨੂੰ ਰਿਪਰੈਜ਼ੈਂਟ ਕਰਨ ਦੀ ਜਗ੍ਹਾ 'ਤੇ 3 ਦੀ ਫਾਰਮ 'ਚ ਕਰਾਂਗੇ। ਇੱਧਰੋਂ ਵੀ 3 ਹੈਗੇ ਸਾਡੇ ਕੋਲ, ਇੱਧਰੋਂ ਵੀ 3 ਹੈਗੇ ਆ। ਉਹਦੇ ਵਿੱਚ ਆ ਰਹੀ ਸਾਡੇ H ਦੀ ਵੈਲਿਊ ਜੋ ਕਿ ਅਸੀਂ 1 ਲੈ ਕੇ ਚੱਲਣੀ ਹੈ ਪੂਰੇ ਦੇ ਵਿੱਚ, ਤਾਂ ਕਿ ਕੋਈ ਫਰਕ ਨਾ ਪਵੇ। H ਦੀ ਵੈਲਿਊ 1 1 1। ਹੁਣ ਅਸੀਂ ਉਸੇ ਟਰਾਂਸਲੇਸ਼ਨ ਨੂੰ 3x3 ਦੀ ਮੈਟ੍ਰਿਕਸ ਦੇ ਫਾਰਮ ਦੇ ਵਿੱਚ ਇਸ ਤਰੀਕੇ ਨਾਲ ਜਿਹੜੀ ਰਿਪਰੈਜ਼ੈਂਟ ਕਰਾਂਗੇ। ਅਤੇ ਇੱਦਾਂ ਹੀ ਜਿਹੜੀ ਰੋਟੇਸ਼ਨ ਹੈ, ਰੋਟੇਸ਼ਨ ਨੂੰ ਵੀ ਅਸੀਂ ਹੋਮੋਜੀਨਸ ਕੋਆਰਡੀਨੇਟ ਨਾਲ ਇੱਦਾਂ ਰਿਪਰੈਜ਼ੈਂਟ ਕਰਾਂਗੇ। ਪਹਿਲਾਂ ਤਾਂ ਅਸੀਂ ਇੰਨੀ ਕੁ ਹੀ ਮੈਟ੍ਰਿਕਸ ਲੈ ਕੇ ਚੱਲ ਪੈਂਦੇ ਸੀ ਉੱਧਰ, ਹੁਣ ਇਸ ਨੂੰ H ਦੇ ਕਰਕੇ ਇਸ ਤਰੀਕੇ ਨਾਲ ਰਿਪਰੈਜ਼ੈਂਟ ਕਰਾਂਗੇ। ਅਤੇ ਲਾਸਟ ਆਉਂਦੀ ਜਿਹੜੀ ਤੁਹਾਡੀ ਸਕੇਲਿੰਗ ਦੇ ਵਿੱਚ ਵੀ ਅਸੀਂ 3x3 ਦੀ ਮੈਟ੍ਰਿਕਸ ਹੈ, ਤਾਂ ਉਹ ਅਸੀਂ ਇਸ ਤਰੀਕੇ ਨਾਲ ਰਿਪਰੈਜ਼ੈਂਟ ਕਰਾਂਗੇ। ਪਹਿਲਾਂ ਅਸੀਂ ਇੰਨੀ ਕੁ ਹੀ ਮੈਟ੍ਰਿਕਸ ਲੈ ਕੇ ਚੱਲ ਰਹੇ ਸੀ ਬੇਟਾ, ਜੇ ਧਿਆਨ 'ਚ ਹੋਵੇ ਤੁਹਾਡੇ, ਠੀਕ ਹੈ। ਤਾਂ ਹੁਣ ਅਸੀਂ H ਦੇ ਔਨ ਕਰਕੇ ਇੱਕ ਇੱਧਰੋਂ ਐਕਸਟਰਾ ਹੋ ਗਈ ਤੁਹਾਡੀ ਜਿਹੜੀ ਹੈਗੀ ਲਾਈਨ, ਵੇਟ, ਇੱਕ ਇੱਧਰੋਂ ਐਕਸਟਰਾ ਹੋ ਗਈ ਤੁਹਾਡੀ ਲਾਈਨ, ਅਤੇ ਇੱਕ ਇੱਧਰੋਂ ਐਕਸਟਰਾ ਹੋ ਗਈ ਜਿਹੜੀ ਤੁਹਾਡੀ ਲਾਈਨ ਹੈ, ਠੀਕ ਹੈ। ਤਾਂ ਇਸ ਤਰੀਕੇ ਨਾਲ ਅਸੀਂ ਉਸਨੂੰ ਰਿਪਰੈਜ਼ੈਂਟ ਕਰਾਂਗੇ। ਮੈਟ੍ਰਿਕਸ ਪੁਰਾਣੀਆਂ ਹੀ ਆ, ਬਟ ਮੈਂ ਜਸਟ 3x3 ਦੀ ਰਿਪਰੈਜ਼ੈਂਟੇਸ਼ਨ ਦੱਸੀ ਸੀ ਕਿਸ ਤਰੀਕੇ ਨਾਲ ਕਰਦੇ ਹਾਂ। ਨੈਕਸਟ ਇਸ ਟੌਪਿਕ ਕਰਾਂਗੇ ਰਿਫਲੈਕਸ਼ਨ।